ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜਗਤ ਦੇ ਸਾਂਝੇ ਸਤਿਗੁਰੂ। ਗੁਰੂ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੀ, ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਆਪ ਸੰਗਤ ਨੇ ਸੰਧਿਆ ਦੇ ਦੀਵਾਨਾਂ ਅੰਦਰ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਆਓ ਸਾਧ ਸੰਗਤ ਜੀ, ਜੋ ਪ੍ਰੋਗਰਾਮ ਇਸ ਅਸਥਾਨ ਤੇ ਚੱਲ ਰਿਹਾ ਹੈ, ਲੜੀ ਦੇ ਤਹਿਤ ਤਵੈ ਪ੍ਰਸਾਦ ਸਵਈਏ ਤੇ ਚੌਪਈ ਸਾਹਿਬ ਬਾਣੀ ਦੀ ਅੱਜ ਆਪਾਂ ਸੰਥਿਆ ਕਰਨੀ ਹੈ। ਭਾਵਨਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ। ਸਾਧ ਸੰਗਤ ਜੀ, ਸੰਗਤ ਸਾਰੀ ਦੇ ਚਰਨਾਂ 'ਚ ਬੇਨਤੀ ਹੈ ਕਿ ਵਿਸ਼ੇਸ਼ ਤੌਰ 'ਤੇ ਸੁਚਮਤਾ ਦਾ ਧਿਆਨ ਰੱਖਿਆ ਜਾਵੇ, ਸਤਿਗੁਰੂ ਜੀ ਦੀ ਬਾਣੀ ਦਾ ਅਦਬ ਸਤਿਕਾਰ ਰੱਖਿਆ ਜਾਵੇ। ਸਾਧ ਸੰਗਤ ਜੀ, ਜਿੰਨਾ ਅਸੀਂ ਗੁਰੂ ਦਾ ਅਦਬ ਕਰਾਂਗੇ ਨਾ, ਸਤਿਗੁਰੂ ਜੀ ਉਹਨਾਂ ਸਾਡਾ ਅਦਬ ਬਹਾਲ ਕਰਾਉਣਗੇ। ਜਿੰਨਾ ਸਤਿਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਾਂਗੇ, ਉਤਨਾ ਹੀ ਸਤਿਕਾਰ ਸਾਡਾ ਸੰਗਤ ਦੀ ਹੋਵੇਗਾ। ਹਰ ਇੱਕ ਬੰਦੇ ਨੂੰ ਆਪਣੀ ਸਤਿਕਾਰ ਦੀ ਭਾਵਨਾ ਹੁੰਦੀ ਹੈ ਕਿ ਮੇਰਾ ਸਤਿਕਾਰ ਹੋਵੇ, ਮੇਰੀ ਇੱਜ਼ਤ ਬਣੀ ਰਹੇ। ਸਾਧ ਸੰਗਤ ਜੀ, ਜਿਹੜਾ ਗੁਰੂ ਦਾ ਸਤਿਕਾਰ ਕਰਦਾ ਹੈ, ਜਿਹੜਾ ਗੁਰੂ ਦਾ ਅਦਬ ਰੱਖਦਾ ਹੈ, ਉਹਦੀ ਸਾਧ ਸੰਗਤ ਜੀ ਸਤਿਗੁਰੂ ਜੀ ਸਦਾ ਹੀ ਪੱਤ ਕੱਜ ਕੇ ਰੱਖਦੇ ਹਨ। ਸਾਧ ਸੰਗਤ ਜੀ, ਬਾਣੀ ਨੂੰ ਜਦੋਂ ਵੀ ਅਸੀਂ ਪੋਥੀਆਂ ਨੂੰ ਹੱਥ ਲਾਉਣੇ ਨੇ, ਮਾਣ ਮਰਿਆਦਾ ਦੇ ਨਾਲ, ਸੁਚਮਤਾ ਦੇ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਮਾਂਜ ਕੇ, ਸਾਧ ਸੰਗਤ ਦੀ ਇੱਕ ਗੱਲ ਵੇਖਣ 'ਚ ਆ ਰਹੀ ਹੈ, ਆਮ ਤੌਰ 'ਤੇ ਇਹ ਸਾਡੇ ਵਿੱਚ ਸੰਗਤ ਜੀ ਹੁੰਦੀ ਵੀ ਹੈ। ਅਸੀਂ ਜਦੋਂ ਗੁਰੂ ਕੇ ਦਰਬਾਰ 'ਚ ਅੰਦਰ ਵੜਦੇ ਹਾਂ, ਹੱਥ ਸੁੱਚੇ ਕਰ ਲੈਂਦੇ ਹਾਂ। ਹੱਥ ਸੁੱਚੇ ਕਰਕੇ ਬਾਅਦ 'ਚ ਥੱਲੇ ਹੱਥ ਲਾਉਂਦੇ ਹਾਂ, ਕਦੀ ਕਿਤੇ ਹੱਥ ਲਾਉਂਦੇ ਹਾਂ, ਖਾਰਿਸ਼ ਕਰਦੇ ਹਾਂ। ਇਹ ਸਾਧ ਸੰਗਤ ਦੀ ਗਲਤ ਗੱਲ ਹੈ। ਜਦੋਂ ਹੱਥ ਸੁੱਚੇ ਹੋ ਗਏ, ਉਹਨਾਂ ਨੂੰ ਹਜ਼ੂਰੀਏ ਦੇ ਵਿੱਚ ਜਾਂ ਚੁੰਨੀ ਦੇ ਨਾਲ ਕਵਰ ਕਰ ਲਿਆ ਜਾਵੇ, ਦੁਪੱਟੇ ਨਾਲ ਕਵਰ ਕਰ ਲਿਆ ਜਾਏ, ਤਾਂ ਜੋ ਹੱਥ ਜੇ ਥੱਲੇ ਲਾਉਣੇ ਆ ਤੇ ਹਜ਼ੂਰੀਏ 'ਚ ਲਵੇਟ ਕੇ ਥੱਲੇ ਹੱਥ ਲੱਗਣ, ਹਜ਼ੂਰੀਆ ਲੱਗੇ, ਹਜ਼ੂਰੀਏ ਦੀ ਇੱਕ ਤਹਿ ਥੱਲੇ ਲੱਗ ਜਾਵੇ, ਤਾਂ ਜੋ ਹੱਥ ਜੂਠੇ ਨਾ ਹੋਣ। ਪੋਥੀਆਂ ਨੂੰ ਹੱਥ ਲਾਉਣ ਤੋਂ ਬਾਅਦ 'ਚ ਥੱਲੇ ਭੁੰਜੇ ਨਹੀਂ ਲਾਉਣੇ। ਜਦੋਂ ਸਰੀਰ ਬਜ਼ੁਰਗ ਹੈ, ਜਿਨ੍ਹਾਂ ਦਾ ਮਾਈ ਭਾਈਆਂ ਦਾ ਉੱਠਣ ਵਿੱਚ ਦਿੱਕਤ ਆਉਂਦੀ ਹੈ ਸਾਧ ਸੰਗਤ ਦੀ, ਉਹਦੇ ਵਾਸਤੇ ਹਜ਼ੂਰੀਏ ਨੂੰ ਅਸੀਂ ਸੇਵਾਦਾਰ ਵੀ ਕਹਿੰਦੇ ਹਾਂ। ਹਜ਼ੂਰੀਏ ਦਾ ਅਰਥ ਹੁੰਦਾ ਹਜ਼ੂਰੀ 'ਚ ਰਹਿਣ ਵਾਲਾ, ਜਿਹੜਾ ਸਾਡੇ ਕੋਲ ਹਜ਼ੂਰੀ 'ਚ ਰਹਿ ਰਿਹਾ ਹੈ, ਬਿਲਕੁਲ ਨੇੜੇ ਸੇਵਾਦਾਰ ਹੈ ਸਾਡਾ। ਭਾਵ ਜੇ ਉੱਠਣਾ ਹੈ ਤਾਂ ਇਹਦੇ 'ਚ ਹੱਥ ਲਵੇਟ ਕੇ ਥੱਲੇ ਵਰਤ ਲਿਆ ਜਾਵੇ। ਸਾਧ ਸੰਗਤ ਜੀ, ਫਿਰ ਹੱਥ ਜੂਠੇ ਨਹੀਂ ਹੁੰਦੇ। ਤੋ ਇਸ ਤਰ੍ਹਾਂ
ਹਜੂਰੀਏ ਜਾਂ ਦੁਪੱਟੇ ਨਾਲ ਜਿਹੜਾ ਹੈ ਉਹ ਸਾਧ ਸੰਗਤ ਜੀ ਉੱਠਿਆ ਬੈਠਿਆ ਜਾਵੇ। ਕਈ ਵਾਰ ਤਾਂ ਇਹ ਬਹੁਤ ਵਾਰ ਬੇਨਤੀ ਕਰੀਦੀ ਹੈ ਸੰਗਤ ਨੂੰ, ਕਈ ਗੁਰਮੁਖ ਖਾਰਸ਼ ਕਰਨ ਲੱਗ ਜਾਂਦੇ ਨੇ ਜਾਂ ਦਾੜੇ ਨੂੰ ਹੱਥ ਲਾਉਂਦੇ ਹਨ। ਸਾਧ ਸੰਗਤ ਜੀ, ਸਾਡੇ ਸਰੀਰ ਦਾ ਕੋਈ ਵੀ ਅੰਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਸੁੱਚਾ ਨਹੀਂ ਹੈ। ਸਭ ਤੋਂ ਸੁੱਚੀ ਹੈ ਸਤਿਗੁਰੂ ਜੀ ਦੀ ਬਾਣੀ। ਸੱਚੀ ਤੇ ਸੁੱਚੀ ਬਾਣੀ ਬਾਬਤ ਪਵਿੱਤਰਤਾ ਰੱਖਣੀ ਹੈ। ਤੇ ਸਾਧ ਸੰਗਤ ਜੀ, ਜਦੋਂ ਅੰਗ ਬਦਲਣਾ ਹੈ, ਗੁਟਕਾ ਸਾਹਿਬ ਦਾ ਅੰਗ ਬਦਲਣਾ ਹੈ, ਤਾਂ ਸਾਧ ਸੰਗਤ ਦੀ ਅੰਗ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਅੰਗ ਬਦਲਣ ਤੋਂ ਆਰਾਮ ਦੇ ਨਾਲ ਉੱਪਰਲੇ ਬੰਨਿਓ ਅੰਗ ਨੂੰ ਫੜ ਕੇ ਤੇ ਚੰਗੀ ਤਰ੍ਹਾਂ ਪ੍ਰੇਮ ਨਾਲ ਅੰਗ ਪਲਟਣਾ ਹੈ। ਸਾਧ ਸੰਗਤ ਜੀ, ਜੋ ਖੜ ਦੀ ਪੇਪਰ ਦੀ ਆਵਾਜ਼ ਆਉਂਦੀ ਹੈ ਨਾ, ਉਹਦੇ ਨਾਲ ਅੰਗ ਫਟ ਜਾਂਦੇ ਹਨ। ਨਾਲ ਸਾਧ ਸੰਗਤ ਜੀ, ਗੁਟਕਾ ਸਾਹਿਬ ਦੇ ਵਿੱਚ ਥੱਲੇ ਜਿਹੜੀ ਉਂਗਲ ਰੱਖਣੀ ਹੈ ਨਾ, ਸਾਧ ਸੰਗਤ ਜੀ ਯਤਨ ਕੀਤਾ ਜਾਵੇ ਉਹ ਵੀ ਕੱਪੜੇ ਦੇ ਨਾਲ ਰੱਖਿਆ ਜਾਵੇ। ਤੇ ਜਿਹੜਾ ਪੇਪਰ ਦੇ ਉੱਪਰ ਹੱਥ ਹੈ ਉਹ ਜ਼ਿਆਦਾ ਟਾਈਮ ਨਾ ਟਿਕਾਇਆ ਜਾਵੇ। ਇਹ ਐਸਾ ਯਤਨ ਕਰਨਾ, ਕਿਉਂਕਿ ਸਾਧ ਸੰਗਤ ਜੀ ਆਪਾਂ ਵੇਖਦੇ ਹਾਂ ਗੁਟਕਾ ਸਾਹਿਬ ਜਿਹੜੇ ਗੁਰੂ ਘਰਾਂ 'ਚ ਪਏ ਹੁੰਦੇ ਨਾ, ਉਹਨਾਂ ਦੇ ਥੱਲੜੇ ਬੰਨੇ ਜਿੱਥੇ ਅੰਗੂਠੇ ਦੇ ਨਾਲ ਅਸੀਂ ਟੱਚ ਕਰਦੇ ਹਾਂ, ਉਥੇ ਸਾਧ ਸੰਗਤ ਜੀ ਕਾਲੋਂ ਲੱਗੀ ਹੁੰਦੀ ਹੈ, ਕਾਲਾਪਣ ਆ ਜਾਂਦਾ ਹੈ। ਸਾਡੇ ਹੱਥਾਂ ਦੇ ਵਿੱਚ ਨਵੈ ਛਿੱਦਰ ਅਪਵਿੱਤਰਾ, ਇਹ ਬਹੁਤ ਬਰੀਕ ਸੁਰਾਖ ਹੁੰਦੇ ਨੇ। ਬਾਣੀ 'ਚ ਸਤਿਗੁਰੂ ਜੀ ਵੀ ਦੱਸਦੇ ਨੇ, ਉਹਨਾਂ ਦੇ ਵਿੱਚੋਂ ਸਦਾ ਹੀ ਮੈਲ ਨਿਕਲਦੀ ਰਹਿੰਦੀ ਹੈ। ਸਾਡੇ ਸਰੀਰ ਦੇ ਬਰੀਕ ਬਰੀਕ ਰੋਮ ਜਿਹੜੇ ਸਰੀਰ ਦੇ ਉੱਪਰ ਸਾਰੇ ਦੇ ਕੇਸ ਨੇ, ਇਹਨਾਂ ਦੇ ਵਿੱਚ ਛੇਕ ਨੇ ਸਾਧ ਸੰਗਤ ਜੀ, ਨਾਲ ਜਿਹੜੇ ਸਾਡੇ ਅੰਦਰੋਂ ਗੰਦਗੀ ਨੂੰ ਬਾਹਰ ਕੱਢਦੇ ਪਸੀਨੇ ਜ਼ਰੀਏ। ਉਹ ਹੱਥਾਂ ਦੀਆਂ ਤਲੀਆਂ ਭਾਵੇਂ ਦਿਖਦੇ ਨਹੀਂ ਹੈ ਸਾਡੇ ਹੱਥਾਂ 'ਤੇ, ਇੱਥੇ ਅੰਦਰਲੇ ਵਾਰ ਵੀ ਹੈ ਨੇ। ਤੋ ਸਾਧ ਸੰਗਤ ਜੀ, ਜਦੋਂ ਅਸੀਂ ਘੁੱਟ ਕੇ ਫੜਦੇ ਹਾਂ ਤੇ ਸਾਡੇ ਹੱਥਾਂ 'ਚ ਪਸੀਨਾ ਕਈਆਂ ਜਾਂ ਸਾਰਿਆਂ ਦੇ ਨਹੀਂ, ਕੁਝ ਸਿੱਖਾਂ ਦੇ ਆਉਂਦਾ ਹੈ। ਤੋ ਸਾਰਿਆਂ ਦੇ ਆਉਂਦਾ ਹੈ, ਕੁਝ ਸਰੀਰਾਂ ਦੇ ਦਿਖਦਾ ਨਹੀਂ ਹੈ। ਤੋ ਉਹ ਜਿਹੜੀ ਗੰਦਗੀ ਹੈ ਉਹ ਸਤਿਗੁਰੂ ਜੀ ਦੇ ਜਦੋਂ ਪੋਥੀਆਂ ਨੂੰ ਲੱਗ ਜਾਂਦੀ ਹੈ, ਉਹ ਵੀ ਸਾਧ ਸੰਗਤ ਜੀ ਨਿਰਾਦਰ ਹੈ। ਪੋਥੀ ਸਾਹਿਬ ਨੂੰ ਜਦੋਂ ਟੱਚ ਕਰਨਾ ਹੈ, ਉਹਦੇ ਉੱਪਰ ਨਾਲ ਰੁਮਾਲ ਨੂੰ ਰੱਖਿਆ ਜਾਵੇ, ਰੁਮਾਲਾ ਸਾਹਿਬ ਰੱਖਿਆ ਜਾਵੇ, ਤਾਂ ਸਾਧ ਸੰਗਤ ਜੀ ਅਦਬ ਪੂਰਾ ਬਣਦਾ। ਤੋ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਦਬ ਸਤਿਕਾਰ ਰੱਖਣ ਦਾ ਯਤਨ ਕਰਨਾ ਹੈ। ਆਓ ਸਾਧ ਸੰਗਤ ਜੀ, ਭਾਵਨਾ ਸਹਿਤ ਤਵੈ ਪ੍ਰਸਾਦ ਬਾਣੀ ਜੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਹੈ, ਉਹਦੀ ਸੰਥਿਆ ਪ੍ਰਾਰੰਭ ਕਰੀਏ। ਸਾਧ ਸੰਗਤ ਜੀ, ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਪਰ ਉਚਾਰਨ ਕੀਤੀ ਹੈ। ਅਕਾਲ ਉਸਤਤ, ਅਕਾਲ ਉਸਤਤ ਬਾਣੀ ਦਾ ਇਹ ਹਿੱਸਾ ਹੈ। ਅਕਾਲ ਉਸਤਤ ਬਾਣੀ ਦੇ ਵਿੱਚ ਇਹਨੂੰ ਆਪਾਂ ਸੁਦਾ ਸਵਈਏ ਕਹਿ ਕੇ, ਪੁਰਾਣੇ ਗੁਰਮੁਖ ਇਹਨੂੰ ਸੁਦਾ ਸਵਈਏ ਕਿਹਾ ਕਰਦੇ ਸਨ। ਪੁਰਾਤਨ ਸਿੱਖਾਂ 'ਚ ਇਹ ਬਚਨ ਸੀ ਕਿ ਸੁਦਾ ਸਵਈਏ। ਤੋ ਸਾਧ ਸੰਗਤ ਜੀ, ਇਹ ਸਵਈਏ ਹਨ। ਸਵਈਆ ਚਾਲ ਦਾ ਨਾਮ ਹੁੰਦਾ ਹੈ, ਸਵਈਆ ਛੰਦ ਦਾ ਨਾਮ ਹੈ। ਸਵਈਏ ਵਾਲੀ ਛੰਦ ਸਵਈਆ, ਜਿਸ ਦੇ ਵਿੱਚ ਸਾਧ ਸੰਗਤ ਜੀ ਵੱਡੀਆਂ ਪੰਕਤੀਆਂ ਆਉਣਗੀਆਂ, ਵਿਸ਼ਰਾਮ ਜਮਕ ਠਮਕ ਇਤਿਆਦਿਕ ਆਵੇਗਾ। ਔਰ ਇਹ ਅਕਾਲ ਉਸਤਤ ਬਾਣੀ ਪਾਉਂਟਾ ਸਾਹਿਬ ਦੀ ਧਰਤੀ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਹੈ। ਇਸ ਬਾਣੀ ਦੇ ਪੜ੍ਹਨੇ ਤੋਂ ਸਿੱਖ ਨੂੰ ਵੈਰਾਗ ਦੀ ਪ੍ਰਾਪਤੀ ਹੁੰਦੀ ਹੈ। ਅੰਮ੍ਰਿਤ ਸੰਚਾਰ ਦੇ ਉੱਪਰ ਬਾਟੇ ਤੇ ਪੜ੍ਹੀ ਜਾਣ ਵਾਲੀ ਇਹ ਤੀਸਰੀ ਬਾਣੀ ਹੈ। ਸ੍ਰੀ ਦਸ਼ਮ ਗ੍ਰੰਥ ਸਾਹਿਬ ਦੇ ਵਿੱਚ ਦੂਜੀ ਪ੍ਰਮੁੱਖ ਬਾਣੀ ਦੇ ਵਿੱਚੋਂ ਸੁਦਾ ਸਵਈਏ ਭਾਵ ਇਹ ਤਵੈ ਪ੍ਰਸਾਦ ਸਵਈਏ ਬਾਣੀ ਆਉਂਦੀ ਹੈ। ਦਸਮ ਗ੍ਰੰਥ ਸਾਹਿਬ ਜੀ ਦੀ ਦੂਸਰੀ ਬਾਣੀ ਹੈ ਸੁਦਾ ਸਵਈਏ ਅਕਾਲ ਉਸਤਤ ਦੇ ਵਿੱਚੋਂ, ਔਰ ਅੰਮ੍ਰਿਤ ਸੰਚਾਰ ਦੇ ਉੱਪਰ ਇਹ ਤੀਸਰੀ ਬਾਣੀ ਬਾਟੇ ਤੇ ਪੜ੍ਹੀ ਜਾਂਦੀ ਹੈ। ਸਿੱਖ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਵੀ ਇਹ ਤੀਸਰੀ ਬਾਣੀ ਹੈ। ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਦਿੰਦਾ ਹੈ। ਜਾਪ ਸਾਹਿਬ ਅਸੀਂ ਪ੍ਰਮਾਤਮਾ ਨੂੰ ਨਮਸਕਾਰ ਕਰਦੇ ਹਾਂ। ਸੁਦਾ ਸਵਈਏ ਤਵੈ ਪ੍ਰਸਾਦ ਸਵਈਆਂ 'ਚ ਸਾਨੂੰ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ
ਵੈਰਾਗ ਦੀ ਪ੍ਰਾਪਤੀ ਹੁੰਦੀ ਹੈ। ਵੈਰਾਗ ਬਾਬਤ ਸਤਿਗੁਰੂ ਜੀ ਅੱਗੇ ਬੇਨਤੀਆਂ ਕਰਦੇ ਹਾਂ। ਚੌਪਈ ਸਾਹਿਬ ਬਾਣੀ ਦੇ ਵਿੱਚ ਅਸੀਂ ਸਾਧ ਸੰਗਤ ਜੀ ਬੇਨਤੀਆਂ ਕਰਦੇ ਹਾਂ। ਸਤਿਗੁਰੂ ਜੀ ਬੇਨਤੀ ਰੂਪ ਬਾਣੀ ਹੈ। ਔਰ ਪੰਜਵੀਂ ਬਾਣੀ ਆਨੰਦ, ਜਦੋਂ ਅਸੀਂ ਗੁਰੂ ਅੱਗੇ ਬ੍ਰਹਮ ਗਿਆਨ ਬਾਬਤ ਬੇਨਤੀਆਂ ਕੀਤੀਆਂ, ਬ੍ਰਹਮ ਗਿਆਨ ਰੂਪ ਜਪਜੀ ਸਾਹਿਬ ਪੜ੍ਹਿਆ, ਨਮਸਕਾਰ ਕੀਤੀ, ਫਿਰ ਸਾਧ ਸੰਗਤ ਜੀ ਵੈਰਾਗ ਰਸ ਨੂੰ ਮਾਣਿਆ, ਬੇਨਤੀ ਕਰਨੇ ਤੋਂ ਆਨੰਦ ਦੀ ਪ੍ਰਾਪਤੀ ਹੋ ਗਈ। ਆਨੰਦ ਸਾਹਿਬ ਪੰਜਵੀਂ ਬਾਣੀ ਹੈ। ਇਹਨਾਂ ਪੰਜਾਂ ਬਾਣੀਆਂ ਦਾ ਲੜੀਵਾਰ ਮਹਾਤਮ ਬਹੁਤ ਜ਼ਿਆਦਾ ਹੈ। ਤੋ ਸਾਧ ਸੰਗਤ ਜੀ ਰੋਜ਼ ਗੁਰੂ ਕੇ ਸਿੱਖ ਨੂੰ ਪੜ੍ਹਨੇ ਦਾ ਹੁਕਮ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਆਓ ਸੁਦਾ ਸਵਈਆਂ ਦੀ ਬਾਣੀ ਪ੍ਰੇਮ ਸਹਿਤ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸਵਈਏ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਤਵੈ ਪ੍ਰਸਾਦ, ਤਵੈ ਤੱਤੇ ਨੂੰ ਔਂਕੜ, ਐੜੇ ਨੂੰ ਇਸ਼ਾਰਾ ਮਾਤਰ ਦਲਾਵਾਂ, ਤੇਜ਼ੀ ਨਾਲ ਬੋਲ ਜਾਣਾ ਹੈ। ਤਵੈ ਪ੍ਰਸਾਦ ਸਵਈਏ। ਸਾਧ ਸੰਗਤ ਜੀ ਇਹ ਜਿਹੜਾ ਪਾਠ ਹੈ ਨਾ ਸਵਈਏ, ਇਹ ਤਿੰਨ ਪ੍ਰਕਾਰ ਦਾ ਲਿਖਿਆ ਦਸਮ ਬਾਣੀ 'ਚ ਆਉਂਦਾ ਹੈ। ਇੱਕ ਸਵਈਆ, ਚਾਰ ਪ੍ਰਕਾਰ ਦਾ ਸਵਈਆ, ਸਵਈਏ, ਸਵੈਈਆ ਤੇ ਸਾਧ ਸੰਗਤ ਜੀ ਸਵੈਈਆ, ਤਿੰਨ ਚਾਰ ਪ੍ਰਕਾਰ ਨਾਲ ਲਿਖਿਆ ਆਉਂਦਾ ਹੈ। ਤੋ ਸਾਧ ਸੰਗਤ ਜੀ ਇੱਥੇ ਸਤਿਗੁਰੂ ਜੀ ਸਵਈਏ ਉਚਾਰਨ ਲਿਖਦੇ ਹਨ। ਸੱਸੇ ਦੇ ਚਰਨਾਂ ਦੇ ਵਿੱਚ ਵਾਵਾ ਹੈ, ਯਈਏ ਨੂੰ ਲਾਂ ਹੈ। ਇਹਦਾ ਲਿਖਤੀ ਰੂਪ ਜੇ ਆਪਾਂ ਸੁਖੈਨ ਪੜ੍ਹਨਾ ਹੋਵੇ, ਯਈਏ ਦੇ ਉਚਾਰਨ ਦੇ ਨਾਲ ਸੱਸਾ ਵਾਵਾ, ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਸਵਈਏ, ਸਵਾਈਏ, ਇੱਦਾਂ ਸਵਈਏ। ਸਾਧ ਸੰਗਤ ਜੀ ਸੱਸਾ ਵਾਵਾ, ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ, ਸਵਈਏ। ਇਉਂ ਇਹਦਾ ਉਚਾਰਨ ਲਿਖਤੀ ਰੂਪ ਦੇ ਵਿੱਚ ਪੜ੍ਹਨੇ ਸੌਖਾ ਹੋ ਜਾਵੇਗਾ। ਉੱਦਾਂ ਸਵਈਏ ਯਈਏ ਦਾ ਉਚਾਰਨ ਕਰਨ ਪੈਂਦਿਆਂ ਹੁੰਦਾ ਨਹੀਂ ਹੈ। ਜਦੋਂ ਯਈਆ ਉਚਾਰਨ ਅੱਗੇ ਪਿੱਛੇ ਹੁੰਦਾ ਹੈ, ਜਈਏ ਅੱਖਰ ਦਾ ਇੱਧਰ ਉੱਧਰ ਤਬਦੀਲੀ ਹੁੰਦੀ, ਉਹਦੇ ਨਾਲ ਸਾਧ ਸੰਗਤ ਦੀ ਉਚਾਰਨ 'ਚ ਫਰਕ ਪੈਂਦਾ ਹੈ। ਯਈਏ ਦੇ ਉਚਾਰਨ ਕਈ ਹਨ। ਤੋ ਹੁਣ ਇੱਥੇ ਯਈਏ ਨੂੰ ਲਾਂ ਲੱਗੀ ਹੈ ਤੇ ਇੱਥੇ ਈੜੀ ਨੂੰ ਬਿਹਾਰੀ, ਈੜੀ ਨੂੰ ਦੂਜੀ ਨੂੰ ਲਾਂ ਲੱਗ ਜਾਣੀ ਹੈ, ਤਾਂ ਇਹ ਸਪਸ਼ਟ ਹੋ ਜਾਵੇਗਾ ਸਵਈਏ। ਚਲੋ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸਰਾਵਗ ਸੁਧ ਸਮੂਹ, ਇੱਥੇ ਹਾਹੇ ਦੀ ਵਰਤੋਂ ਪੂਰੀ ਕਰਨੀ ਹੈ ਤੇ ਸਰਾਵਗ ਪਾਠ ਕਰਨਾ ਹੈ, ਚਰਨਾਂ ਚਰਾਰਾ ਹੈ। ਸਰਾਵਗ ਸੁਧ ਸਮੂਹ ਸਿਧਾਨ ਕੇ, ਇੱਦਾਂ ਸਾਧ ਸੰਗਤ ਜੀ ਕੇ ਤੇ ਵਿਸ਼ਰਾਮ ਲਾਉਣਾ। ਸੂਰ ਸੁਰਾਰਦਨ ਸੁਧ ਸੁਧਾਦਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ, ਕੋਉ ਨਾ ਦੇਖੀਤ ਪ੍ਰਾਨ ਪਤੀ ਕੇ। ਇਸ ਪੰਕਤੀ ਦਾ ਵਿਸ਼ਰਾਮ ਥੋੜਾ ਮਹਿੰਗਾ ਹੈ ਸਾਧ ਸੰਗਤ ਜੀ। ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਾਤ, ਰਹੇ ਹੋ ਤੇ ਵਿਸ਼ਰਾਮ ਲਾ ਜਾਂਦੇ ਆ ਕਿ ਸ਼ਾਇਦ ਇੱਥੇ ਗੱਲ ਛੱਡਣੀ ਹੈ। ਸਾਧ ਸੰਗਤ ਜੀ ਸਾਰੇ ਹੀ ਦੇਖ ਰਹੇ ਹੋ, ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ। ਮਹਾਰਾਜ ਕਹਿੰਦੇ ਮੈਂ ਸਾਰੇ ਦੇਸ਼ਾਂ ਨੂੰ, ਸਾਰਿਆਂ ਮਤਾਂ ਨੂੰ, ਧਰਮਾਂ ਨੂੰ ਵੇਖਿਆ। ਮਤ ਦਾ ਅਰਥ ਹੁੰਦਾ ਹੈ ਜਿਵੇਂ ਸਿੱਖ ਮਤ, ਹਿੰਦੂ ਮਤ, ਇਹ ਮਤ ਹਨ। ਧਰਮ ਦਾ ਅਰਥ ਸਾਧ ਸੰਗਤ ਦੀ ਚੰਗਿਆਈ ਹੁੰਦਾ ਹੈ। ਇਹ ਮਹਾਰਾਜ ਕਹਿੰਦੇ ਮੈਂ ਸਾਰੇ ਹੀ ਦੇਸ਼ਾਂ ਨੂੰ, ਸਾਰੇ ਹੀ ਇਲਾਕਿਆਂ ਨੂੰ ਤੇ ਸਾਰੇ ਹੀ ਮਤਾਂ ਨੂੰ ਵੇਖਿਆ ਹੈ। ਕੋਉ ਨਾ ਦੇਖੀਤ ਪ੍ਰਾਨ ਪਤੀ ਕੇ, ਕੋਈ ਪ੍ਰਾਣਾਂ ਦੇ ਪਿਆਰੇ ਪਤੀ ਨੂੰ ਨਹੀਂ ਮੰਨਦਾ, ਆਪੋ ਆਪਣੀ ਸਾਰੇ ਬੀਣ ਵਜਾਉਂਦੇ ਨੇ। ਸਾਧ ਸੰਗਤ ਜੀ ਇੱਥੇ ਇਸੇ ਮਤ ਪਾਠ ਤੇ ਵਿਸ਼ਰਾਮ ਲਾਉਣਾ ਹੈ। ਕੋਉ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ, ਮਤ ਪਾਠ ਪੋਲਾ ਕਰਨਾ ਹੈ, ਮਤ ਨਹੀਂ ਕਹਿਣਾ। ਮਤ ਪੋਲਾ ਕਰਕੇ ਕੋਉ ਨਾ ਦੇਖੀਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋ ਤੇ, ਏਕ ਰਤੀ ਬਿਨ ਏਕ ਰਤੀ ਕੇ। ਇਸੇ ਤਰ੍ਹਾਂ ਸਾਧ ਸੰਗਤ ਜੀ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ, ਇੱਥੇ ਹੂ ਹਾਹੇ ਨੂੰ ਦੁਲੈਂਕੜ ਹੈ, ਉੱਪਰ ਟਿੱਪੀ ਨਹੀਂ ਹੈ। ਸੁਤੇ ਸਿੱਧ ਸਾਡੇ ਮੂੰਹ ਚੋਂ ਹੂੰ ਪਾਠ ਨਿਕਲਦਾ ਹੈ, ਉੱਪਰ ਟਿੱਪੀ ਲੱਗ ਜਾਂਦੀ ਹੈ। ਉੱਪਰ ਇਹਦੇ ਟਿੱਪੀ ਨਹੀਂ ਹੈ।
ਕਈਆਂ ਪੋਥੀਆਂ ਵਾਲਿਆਂ ਨੇ ਉਹ ਜਿਵੇਂ ਸਾਡੀ ਰਸਨਾ ਤੋਂ ਨਿਕਲਦਾ ਹੈ ਉਵੇਂ ਹੀ ਉਹਨਾਂ ਨੇ ਛਾਪਣ ਦਾ ਯਤਨ ਕਰ ਦਿੱਤਾ ਵੀ ਐਵੇਂ ਹੀ ਛਾਪ ਦਿੰਦੇ ਆ, ਕੋਈ ਨਹੀਂ ਪੜ੍ਹਦੇ ਤੇ ਐਂ ਹੀ ਹੈ। ਪਰ ਸਾਧ ਸੰਗਤ ਜੀ ਸ਼ੁੱਧ ਪਾਠ ਹੂ ਹੈ, ਇਹਨੂੰ ਹੂ ਹੀ ਕਰਨਾ, ਉੱਪਰ ਟਿੱਪੀ ਨਹੀਂ ਲਾਉਣੀ, ਨੱਕ ਚੋਂ ਨਹੀਂ ਬੋਲਣਾ। ਤੋ ਇੱਥੇ ਸਾਧ ਸੰਗਤ ਜੀ ਵਿਸ਼ਰਾਮ ਹੈ। ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ, ਇਸ ਰਤੀ ਪਾਠ ਨੂੰ ਪੋਲਾ ਬੋਲਣਾ ਤੇ ਦੂਜਾ ਰੱਤੀ ਕੱਸ ਕੇ ਬੋਲਣਾ। ਏਕ ਰਤੀ ਬਿਨ ਏਕ ਰੱਤੀ ਕੇ, ਦੂਜੇ ਪਾਠ ਦੇ ਉੱਪਰ ਜਿਹੜੀ ਹੈ ਸਾਧ ਸੰਗਤ ਜੀ ਅਧਿਕ ਲੱਗਦੀ ਹੈ, ਵਾਸਤਵ ਦੇ ਉੱਤੇ ਵਿੱਚ ਹੈ ਨਹੀਂ, ਪਰ ਦੂਜੇ ਨੂੰ ਕੱਸ ਕੇ ਬੋਲਣਾ। ਏਕ ਰਤੀ ਬਿਨ ਏਕ ਰੱਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਕੋੜ ਤੁਰੰਗ ਕੁਰੰਗ ਸੇ ਕੂਦਤ, पवन के गौन को जात निवारे। भारी भुजान के भूप भली बिद, ਨਿਆਵਤ ਸੀਸ ਨਾ ਜਾਤ ਵਿਚਾਰੇ। ਇਹਦਾ ਵੀ ਵਿਸ਼ਰਾਮ ਇਉਂ ਮਹਿੰਗਾ ਹੈ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਭਲੀ ਤੇ ਨਹੀਂ ਲਾਉਣਾ, ਬਿਦ ਤੇ ਵਿਸ਼ਰਾਮ ਲਾਉਣਾ ਹੈ। ਸਾਧ ਸੰਗਤ ਜੀ ਬਿਦ ਤੇ ਵਿਸ਼ਰਾਮ ਸ਼ੁੱਧ ਹੈ। ਨਿਆਵਤ ਸੀਸ ਨਾ ਜਾਤ ਵਿਚਾਰੇ। ਇਤੇ ਭਏ ਤੋ ਕਹਾ ਭਏ ਭੂਪਤ, ਅੰਤ ਕਉ ਨਾਗੇ ਹੀ ਪਾਏ ਪਧਾਰੇ। ਜੀਤ ਭਰਾ ਸਭ ਦੇਸ ਦਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ। ਇਹਨੂੰ ਸਾਧ ਸੰਗਤ ਜੀ ਗੂੰਜਤ ਨਹੀਂ ਕਹਿਣਾ, ਇਹਦੇ ਔਂਕੜ ਦੇ ਨਾਲ ਪਾਠ ਹੈ ਗੁੰਜਤ। ਟਿੱਪੀ ਉੱਪਰ ਲੱਗੀ ਹੋਈ ਹੈ, ਟਿੱਪੀ ਦੇ ਨਾਲ ਤੇ ਔਂਕੜ ਦੇ ਨਾਲ ਇਹ ਪਾਠ ਕੱਸ ਕੇ ਹੋਵੇਗਾ। ਗੁੰਜਤ ਗੂੜ ਗਜਾਨ ਕੇ ਸੁੰਦਰ। ਸੁੰਦਰ ਪਾਠ ਤੇ ਵਿਸ਼ਰਾਮ ਹੈ। ਹਿੰਸਤ ਹੀ ਹੈ ਰਾਜ ਹਜ਼ਾਰੇ। ਇੱਥੇ ਸਾਧ ਸੰਗਤ ਜੀ ਜਿਹੜਾ ਹਾਹਾ ਤੇ ਯਈਆ ਹੈ, ਹਾਹਾ ਤੇ ਯਈਆ ਇਕੱਠਾ ਹੋਣ ਕਰਕੇ ਯਈਏ ਨੇ ਹਾਹੇ ਨੂੰ ਦੁਲਾਵਾਂ ਬਣ ਜਾਣਾ ਹੈ। ਇਹਦਾ ਪਾਠ ਦਾ ਉਚਾਰਨ ਹੋਵੇਗਾ ਹੈ ਦਾ ਅਰਥ ਹੁੰਦਾ ਹੈ ਘੋੜਾ। ਇੱਥੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਿੰਸਤ ਹੀ ਹੈ ਰਾਜ ਹਜ਼ਾਰੇ। ਹਜ਼ਾਰਾਂ ਹੀ ਵੱਡੇ ਵੱਡੇ ਰਾਜਿਆਂ ਦੇ ਘੋੜੇ ਹਿਣਕਦੇ ਫਿਰਦੇ ਹਨ। ਹੈ ਪਾਠ ਜਿਹੜਾ ਹੈ ਉਹਦਾ ਉਚਾਰਨ, ਉਹਦਾ ਅਰਥ ਹੁੰਦਾ ਹੈ ਘੋੜਾ, ਤੋਂ ਇਹਨੂੰ ਹੈ ਕਰਨਾ। ਯਈਆ ਤਾਂ ਲੱਗਾ ਹੈ ਸਾਧ ਸੰਗਤ ਜੀ, ਕਵੀਆਂ ਦੀ ਇੱਕ ਆਪਣੀ ਭਾਸ਼ਾ ਹੈ, ਕਵੀਆਂ ਦੀ ਇੱਕ ਆਪਣੀ ਮਰਿਆਦਾ ਹੈ। ਜਿਸ ਕਵਿਤਾ ਨੂੰ ਰਚਣ ਜਾ ਰਹੇ ਹਾਂ, ਜਿਸ ਛੰਦ ਨੂੰ ਰਚਣ ਜਾ ਰਹੇ ਹਾਂ, ਕਵਿਤਾ ਵਾਲੇ ਕਵੀ ਨੂੰ ਇਹ ਪਤਾ ਹੈ ਕਿ ਉਹਦੇ ਵਿੱਚ ਇੰਨੇ ਅੱਖਰਾਂ ਦੇ ਨਾਲ ਪੰਕਤੀ ਦੀ ਪੂਰਨਤਾ ਹੀ ਹੋਵੇਗੀ, ਇੰਨੇ ਅੱਖਰਾਂ 'ਤੇ ਵਿਸ਼ਰਾਮ ਹੋਵੇਗਾ। ਸਾਧ ਸੰਗਤ ਜੀ ਉਹਨੂੰ ਉਹ ਪੂਰਾ ਕਰਨ ਵਾਸਤੇ ਇਸ ਤਰ੍ਹਾਂ ਕਵੀ ਜਨ ਫਿਰ ਉਸ ਦੇ ਵਿੱਚ ਅੱਖਰਾਂ ਦਾ ਵਾਧਾ ਘਾਟਾ ਅਰਥਾਂ ਨੂੰ ਮਾਇਨੇ 'ਚ ਰੱਖ ਕੇ ਕਰਦੇ ਹਨ। ਤੋ ਸਾਧ ਸੰਗਤ ਜੀ ਇਹਦਾ ਉਚਾਰਨ ਹਾਹੇ ਦੇ ਦੁਲਾਵਾਂ ਨਾਲ ਹੈ, ਔਰ ਇਹ ਨਹੀਂ ਹੈ ਕਿ ਇਹ ਅਸ਼ੁੱਧ ਹੈ। ਇਹਦਾ ਉਚਾਰਨ ਹੋਵੇਗਾ ਹੀ ਯਈਏ ਦਾ ਇਸੇ ਤਰ੍ਹਾਂ ਹੀ। ਉਚਾਰਨ ਹੀ ਯਈਏ ਦਾ ਇਹ ਹੈ ਰਾਜ ਹਜ਼ਾਰੇ, ਇਉਂ ਸ਼ੁੱਧ ਹੈ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨਾ ਨਹੀਂ ਜਾਤ ਵਿਚਾਰੇ। ਇਉਂ ਸਾਧ ਸੰਗਤ ਜੀ ਵਿਸ਼ਰਾਮ ਤੋਂ ਪਹਿਲਾਂ ਇੱਕ ਜਮਕ ਵੀ ਹੈ। ਭੂਤ ਭਵਿੱਖ ਭਵਾਨ ਕੇ ਭੂਪਤ, ਭਵਿੱਖ ਤੇ ਥੋੜ੍ਹਾ ਜਿਹਾ ਇਸ਼ਾਰਾ ਮਾਤਰ ਰੁਕ ਕੇ ਫਿਰ ਅੱਗੇ ਜਾਣਾ। ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ। ਇਹ ਪਾਠ ਸਾਧ ਸੰਗਤ ਜੀ ਨਾਨ ਭਰਾ ਕਰਨਾ ਹੈ। ਤੀਰਥ ਆ ਰਿਹਾ ਹੈ, ਨਾਨ ਦਾ ਅਰਥ ਹੁੰਦਾ ਹੈ ਇਸ਼ਨਾਨ। ਨਾਨ ਪਾਠ ਨਹੀਂ ਕਰ ਜਾਣਾ। ਤੀਰਥ ਨਾਨ ਦਇਆ ਦਮਦਾਨ ਇਉਂ ਨਹੀਂ ਕਰਨਾ। ਤੀਰਥ ਨਾਨ ਦਇਆ ਦਮਦਾਨ, ਇਵੇਂ ਸ਼ੁੱਧ ਉਚਾਰਨ ਹੈ। ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਬਸੇਖਾ। ਵੇਦ ਪੁਰਾਨ ਕਤੇਬ ਕੁਰਾਨ, ਜਮੀਨ ਜਮਾਨ ਸਬਾਨ ਕੇ ਪੇਖਾ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖਾ। ਇਹ ਪਾਠ ਨੂੰ ਸਾਧ ਸੰਗਤ ਜੀ ਹਜ਼ਾਰਕ ਨੂੰ ਇਕੱਠੇ ਪੜ੍ਹਨਾ ਹੈ। ਹਜ਼ਾਰ ਕੈ ਇੱਦਾਂ ਉਚਾਰ ਨਹੀਂ ਕਰਨਾ। ਪੌਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਇਵੇਂ ਸਾਧ ਸੰਗਤ ਜੀ ਉਚਾਰਨ ਜਿਹੜਾ ਹੈ ਉਹ ਸ਼ੁੱਧ ਹੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖਾ।
ਐਵੇਂ ਸਾਧ ਸੰਗਤ ਜੀ ਇੱਥੇ ਪਾਠ ਰਤੀ ਪੋਲਾ ਹੀ ਬੋਲਣਾ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਇਹਦੀ ਚਾਲ ਵੀ ਸਾਧ ਸੰਗਤ ਜੀ ਸਵਈਏ ਦੀ ਚਾਲ ਵੀ ਜਿਹੜੀ ਸ਼ੁੱਧ ਚਾਲ ਹੈ ਨਾ, ਜਿਹੜੀ ਚਾਲ 'ਚ ਪੜ੍ਹਿਆ ਜਾ ਰਿਹਾ, ਦੂਜੀ ਚਾਲ ਹੈ। ਸ਼ੁੱਧ ਚਾਲ ਸਵਈਏ ਦੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਹੈ। ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸਿਖੈ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਦਮਾਨ ਸਬਾਨ ਕੇ ਪਿਖੈ। ਪੌਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ। ਜਦੋਂ ਸਾਧ ਸੰਗਤ ਜੀ ਸਵਈਏ ਦੀ ਚਾਲ ਸਮਝਣੀ ਹੋਵੇ, ਹਜੂਰ ਸਾਹਿਬ ਜਦੋਂ ਸਵਈਆ ਪੜ੍ਹਦੇ ਨੇ ਨਾ, ਉੱਥੇ ਸਵਈਆਂ ਦੀ ਚਾਲ ਉਧਰਲੇ ਸਿੱਖਾਂ ਦੇ ਵਿੱਚ ਰੀਤ ਹੈ, ਉਹ ਸਵਈਏ ਦੀ ਚਾਲ ਦੀ ਅਸਲ ਚਾਲ ਨੂੰ ਬੋਲਦੇ ਹਨ। ਵਿਦਿਆਲਿਆਂ ਦੇ ਵਿੱਚ ਜਥਿਆਂ ਦੇ ਵਿੱਚ ਵੀ ਸਾਧ ਸੰਗਤ ਦੀ ਸ਼ੁੱਧ ਬੋਲੀ ਜਾਂਦੀ ਹੈ। ਇਹ ਦੂਜੀ ਚਾਲ ਹੈ। ਸੁਖੈਨ ਸਿੱਖਾਂ ਨੂੰ ਸਮਝ ਆ ਜਾਵੇ ਤਾਂ ਸਾਧ ਸੰਗਤ ਜੀ ਇਹ ਵੀ ਚਾਲ ਠੀਕ ਹੈ ਜਿਸ ਦੇ ਵਿੱਚ ਪੜ੍ਹਿਆ ਜਾ ਰਿਹਾ ਹੈ, ਪਰ ਸ਼ੁੱਧ ਚਾਲ ਸਵਈਏ ਦੀ ਉਹੀ ਹੈ। ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲਾਂਗੇ। ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ। ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ। ਇਹ ਸਾਧ ਸੰਗਤ ਜੀ ਜਿਹੜਾ ਪਾਠ ਹੈ ਮਾਤੇ ਥੋੜਾ ਜਿਹਾ ਕੱਸ ਕੇ ਕਰਨਾ ਹੈ। ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ। ਵੀਰ ਅਪਾਰ ਵੱਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ। ਇਹਨੂੰ ਪਾਠ ਨੂੰ ਵੀ ਇਕੱਠਾ ਕਰਨਾ ਹੈ। ਅਵਚਾਰ ਹੈ ਸਾਰ ਕੀ ਧਾਰ ਪਛਈਆ। ਸਾਧ ਸੰਗਤ ਜੀ ਇਹ ਜਿਹੜਾ ਪਾਠ ਹੈ ਨਾ ਪਛਈਆ, ਇਹਦਾ ਵੀ ਉਚਾਰਨ ਹੈ ਭੱਬਾ ਛੱਛਾ ਈੜੀ ਨੂੰ ਬਿਹਾਰੀ ਐੜੇ ਕਰਨਾ। ਭੱਬਾ ਛੱਛੇ ਨੂੰ ਅੱਧਕ, ਛੱਛੇ ਤੇ ਅੱਧਕ ਲੱਗੀ ਹੈ, ਇੱਥੋਂ ਤੱਕ ਪਾਠ ਉਵੇਂ ਹੀ ਰਹੇਗਾ। ਜਈਏ ਨੂੰ ਕੰਨੇ ਦਾ ਉਚਾਰਨ ਹੋਵੇਗਾ, ਈੜੀ ਨੂੰ ਬਿਹਾਰੀ ਐੜੇ ਨੂੰ ਕੰਨਾ, ਪਛਈਆ ਸ਼ੁੱਧ ਹੈ। ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਇਹ ਵੀ ਉਸੇ ਤਰ੍ਹਾਂ ਹੀ ਹੈ ਸਾਧ ਸੰਗਤ ਜੀ, ਜਿਵੇਂ ਪਛਈਆ ਹੈ ਉਵੇਂ ਹੀ ਮਲਈਆ ਹੈ, ਉਸੇ ਤਰ੍ਹਾਂ ਈੜੀ ਨੂੰ ਬਿਹਾਰੀ ਐੜੇ ਨੂੰ ਕੰਨੇ ਨਾਲ। ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ। ਸ੍ਰੀ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ। ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ। ਇਸ ਪੰਕਤੀ ਨੂੰ ਇਵੇਂ ਨਖੇੜ ਕੇ ਇਹਦੇ 'ਚ ਸ਼ਬਦ ਪੜ੍ਹਨ ਵਾਲੇ ਹਨ। ਸਾਰੀਆਂ ਗੱਲਾਂ ਅਲੱਗ ਹੋਣ ਕਰਕੇ, ਜਿਵੇਂ ਭਾਈ ਸਾਹਿਬ ਜੀ ਨੇ ਪੜ੍ਹਿਆ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ, ਇਵੇਂ ਹੀ ਪੜ੍ਹਨਾ ਅਲੱਗ ਕਰਨੇ। ਕਿਉਂਕਿ ਸਾਧ ਸੰਗਤ ਜੀ ਜਲ ਦੀ ਗੱਲ ਅਲੱਗ ਤੋਂ ਹੋ ਰਹੀ ਹੈ, ਪਲ ਦੀ ਹੋ ਰਹੀ ਹੈ, ਥਲ ਦੀ ਹੋ ਰਹੀ ਹੈ। ਇਹਨਾਂ 'ਤੇ ਛੋਟੀਆਂ ਜਮਕਾਂ ਜ਼ਰੂਰ ਲਾਉਣੀਆਂ ਹਨ। ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ। ਇਹ ਜਿਹੜਾ ਪਾਠ ਹੈ ਪੁੰਨ ਪ੍ਰਤਾਪਨ ਬਾੜ, ਜੇ ਬਾੜ ਕਵਾਂਗੇ ਡੱਡਾ ਲੱਗੇਗਾ, ਇੱਥੇ ਸਾਧ ਸੰਗਤ ਜੀ ਢੱਡਾ ਹੈ। ਪੁੰਨ ਪ੍ਰਤਾਪਨ ਬਾੜ ਥੋੜਾ ਜਿਹਾ ਭਾਰਾ ਕਰਾਂਗੇ ਤੇ ਢੱਡੇ ਦਾ ਉਚਾਰਨ ਹੋਵੇਗਾ। ਡੱਡਾ ਤੇ ਢੱਡਾ ਇਹਨਾਂ ਦੀ ਆਵਾਜ਼ ਜਦੋਂ ਪਿੱਛੇ ਆ ਜਾਂਦਾ ਹੈ ਢੱਡਾ ਤੇ ਇਕੱਠੀ ਜੀ ਹੋ ਜਾਂਦੀ ਹੈ, ਤਾਂ ਇਹਨੂੰ ਸ਼ੁੱਧ ਕਰਨ ਵਾਸਤੇ ਥੋੜਾ ਭਾਰਾ ਕਰ ਦਿਓ ਬਾੜ, तो फिर साध संगत जी स्पष्ट हो जाएगा। पुन प्रतापन बाढ़ जैत तुन पापन के बहु पुंज खपाएंगे। साध समूह प्रसन्न फिर जग सतर सभा अवलोक चपाएंगे। ये भी साध संगत जी जड़ा सभा पाठ भब्बे नूं दलावां नाल आया है। दसम बाणी च दो तरह के पाठ आउंदे हन, ससा बब्बे नूं दलावां, उत्थे पाठ बनदा सभा, इत्थे भब्बा लगा है। एवें जिवें डड्डे ढड्डे नूं बोलण वेले थोड़ा फर्क पाउणा है, एवें साध संगत जी भब्बे दा उचारण भै नहीं कर जाना हिंदी वाला। बहुत सारे
ਨਵੀਨ ਪ੍ਰਚਾਰਕ ਇਹ ਇਸ ਤਰ੍ਹਾਂ ਦੀ ਗਲਤੀ ਕਰਦੇ ਨੇ। ਸਭ ਹੈ ਉਹ ਸਾਧ ਸੰਗਤ ਜੀ ਹਿੰਦੀ ਦਾ ਭਾ ਲਾਉਂਦਿਆਂ ਲਾਉਂਦਿਆਂ ਹੋਰ ਹੀ ਕੁਝ ਬਣ ਜਾਂਦਾ। ਸ਼ੁੱਧ ਉਚਾਰਨ ਭੱਬੇ ਗੁਰਮੁਖੀ ਦੇ ਨਾਲ ਹੀ ਹੈ। ਸਭ ਹੈ ਥੋੜਾ ਜਿਹਾ ਭਾਰਾ ਕਰਨੇ ਤੋਂ ਭੱਬਾ ਸ਼ੁੱਧ ਲੱਗ ਜਾਵੇਗਾ। ਮਾਨਵ ਇੰਦਰ ਗਜਿੰਦਰ ਨਰਾਤਪ ਜੌਨਤਰ ਲੋਕ ਕੋ ਰਾਜ ਕਰਾਂਗੇ। ਮਾਨਵ ਇੰਦਰ ਗਜੇਂਦਰ ਨਰਾਦਪ, ਨਰਾਦਪ ਧੱਦੇ ਨਾਲ ਪਾਠ ਹੈ, ਇਹਨੂੰ ਨਰਾਦਪ ਕਰਨਾ ਇਕੱਠਿਆ ਹੀ, ਇਕੱਠਾ ਪਾਠ ਕਰਨਾ। ਧੱਦਾ ਲਾਉਣਾ, ਹਿੰਦੀ ਦਾ ਧਾ ਲਾਉਣ ਦਾ ਇੱਥੇ ਵੀ ਯਤਨ ਨਹੀਂ ਕਰਨਾ। ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ। ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ। ਇਹ ਸਾਧ ਸੰਗਤ ਜੀ ਜਿਹੜਾ ਸਚੀਪਤ ਪਾਠ ਆਇਆ ਹੈ, ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ, ਇਹਨਾਂ ਪਾਠਾਂ ਨੂੰ ਨਖੇੜ ਕੇ ਕਰਨਾ ਹੈ। ਬ੍ਰਹਮ ਅੱਡ, ਮਹੇਸ਼ਰ ਅੱਡ, ਵਿਸ਼ਨ ਅੱਡ ਤੇ ਸਚੀਪਤ ਅੱਡ।